ਇਹ ਕਹਿੰਦੀ ਮੇਰਾ ਕੱਟਾ ਪੀਂਦਾ ਕੋਲ 4000 ਰੁਪਇਆ ਰੋਜ਼ ਮੈਂ ਆਪਦੇ ਕਿਤੇ ਜੋ ਜੇਬ ਤੋਂ ਦਿੰਦੀ ਕਿੰਨੇ ਦਾ ਹੋਗਾ ਮਹੀਨੇ ਦਾ 1,20,000 ਰੁਪਇਆ ਇਹ ਕੋਈ ਮਿਲਦਾ ਜਿਹੜੇ ਕੈਪਟਨ ਨੇ ਬਠਿੰਡੇ ਫੜ ਕੇ ਦਰਬਾਰ ਸਾਹਿਬ ਦਾ ਮੂੰਹ ਕਰਕੇ ਹੱਥਾਂ ਚੁੱਕਾ ਸਾਹਿਬ ਫੜ ਕੇ ਸੌ ਖਾਦੀ ਸੀ 4 ਹਫ਼ਤਿਆਂ ਦੇ ਵਿੱਚ ਲੱਖ ਕਰੋੜ ਦੂਗਾ ਕਿਤੇ ਦਾ ਖਾਤਾ ਕਰ ਦੂਗਾ ਉਹਦਾ ਜੱਦੀ ਪਿੰਡ ਹੋਵੇ ਕਿ ਉਹਦੇ ਪਿੰਡ ਦੇ ਸ਼ਰਿਆ ਕਿੱਦਾਂ ਕੱਟਦਾ ਹੋਵੇ ਕੀ ਪੰਜਾਬ ਨੂੰ ਕੀ ਬਠਿੰਡਾ ਐਸਐਸਪੀ ਨੂੰ ਕੀ ਐਸਐਚਓ ਨੂੰ ਕੀ ਡੀਐਸਪੀ ਨੂੰ ਨਹੀਂ ਪਤਾ ਹਰ ਪਿੰਡ ਦੀ ਕਹਾਣੀਆਂ ਬਾਈ ਜੀ ਬਾਦੋਂ ਨੂੰ ਪਤਾ ਹੁੰਦਾ ਲੋਕਾਂ ਨੂੰ ਨਾਲ ਜਿਹਦਾ ਮਰਦਾ ਕਰੋ ਲੋਕਾਂ ਦਾ ਤਮਾਸ਼ਾ ਹੁੰਦਾ ਪਾਵਨ ਹਜ਼ੂਰੀ ਦੇ ਵਿੱਚ ਰਾਜਵਾਨ ਸਾਧ ਸੰਗਤ ਜੀ ਉੱਤੇ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਈ ਮਹੀਨਿਆਂ ਤੋਂ ਪੰਜਾਬ ਆ ਜਿਹੜਾ ਪੰਜਾਬ ਦੇ ਲੋਕ ਕਿਸਾਨ ਨੇ ਮਜ਼ਦੂਰ ਨੇ ਹਰ ਵਰਗ ਜਿਹੜਾ ਪੰਜਾਬ ਦਾ ਉਹ ਆਪਣੀ ਹੱਕਾਂ ਦੀ ਲੜਾਈ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਲਗਾਤਾਰ ਕਈ ਮਹੀਨੇ ਹੋ ਗਏ ਦਿੱਲੀ ਦੇ ਵਿੱਚ ਆਪਣੇ ਲੋਕਾਂ ਨੂੰ ਮੇਰੇ ਲਾਏ ਹੋਏ ਨੇ 400 ਦੇ ਕਰੀਬ ਜਿਹੜੀਆਂ ਮੌਤਾਂ ਉੱਥੇ ਹੋ ਚੁੱਕੀਆਂ ਨੇ ਜਾਨਾਂ ਜਾ ਚੁੱਕੀਆਂ ਨੇ ਅਰਬਾਂ ਰੁਪਈਆ ਜਿਹੜਾ ਉੱਥੇ ਲੱਗ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਵੀ ਆਪਾਂ ਦੇਖ ਰਹੇ ਹਾਂ ਕਿ ਸਰਕਾਰਾਂ ਨੇ ਜਿਹੜੀਆਂ ਹਾਲੇ ਤੱਕ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਦੇਖੋ ਜਦੋਂ ਕੋਈ ਸੰਘਰਸ਼ ਲੜੇ ਜਾਂਦੇ ਨੇ ਅੰਦੋਲਨ ਚੱਲਦੇ ਨੇ ਤਾਂ ਉਹਨਾਂ ਦੇ ਵਿੱਚ ਉਤਾਰ ਚੜਾਅ ਆਉਂਦੇ ਰਹਿੰਦੇ ਨੇ ਕਦੇ ਸੰਘਰਸ਼ ਸਿਖਰਾਂ ਤੇ ਹੁੰਦੇ ਨੇ ਕਦੇ ਹੇਠਾਂ ਵੱਲ ਆ ਜਾਂਦੇ ਨੇ ਪਰ ਮੈਂ ਅੱਜ ਮੈਨੂੰ ਚੌਥਾ ਪੰਜਵਾਂ ਦਿਨ ਹੈ ਪਿੰਡੋਂ ਪਿੰਡੀ ਜਾ ਰਹੇ ਹਾਂ ਇਸ ਤਰ੍ਹਾਂ ਲੋਕਾਂ ਨਾਲ ਆਪਣੇ ਪਿੰਡਾਂ ਦੇ ਵਿੱਚ ਆ ਗੱਲਾਂ ਬਾਤਾਂ ਕਰਦੇ ਹਾਂ ਜ਼ਿਆਦਾ ਸਾਂਝੀਆਂ ਕਰਦੇ ਹਾਂ ਤਾਂ ਹਰ ਵਾਰ ਮੇਰਾ ਇੱਕ ਸਵਾਲ ਹੁੰਦਾ ਹੈ ਲੋਕਾਂ ਨੂੰ ਕਿ ਅਸੀਂ ਕੀ ਸੋਚ ਕੇ ਘਰਾਂ 'ਚ ਬਹਿ ਗਏ ਆ ਮਹਾਰਾਜ ਨਗਰ ਹੈ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ 18-20,000 ਦੇ ਕਰੀਬ ਇੱਥੇ ਵੋਟ ਹੋਣੀ ਹੈ। ਛੋਟੇ ਪਿੰਡ ਦੇ ਵਿੱਚੋਂ ਨੌਜਵਾਨ ਜਿਹੜੇ ਅੱਗੇ ਲੱਗੇ ਹੋਏ ਨੇ ਉਹਨਾਂ ਨਾਲ ਮੈਂ ਕੱਲ ਗੱਲ ਕਰਦਾ ਸੀ ਉਹ ਕਹਿੰਦੇ ਭਾਈ ਇੱਕ ਦਿਨ ਅਸੀਂ ਗੁਰਦੁਆਰਾ ਜਿਹੜਾ ਰਾਮਸਰਾ ਉੱਥੇ ਕਹਿੰਦੇ ਢੋਲ ਧਰਿਆ ਦੁੱਧ ਵਾਲਾ ਕਹਿੰਦੇ 2 ਲੀਟਰ ਦੁੱਧ ਪਿਆ ਕਹਿੰਦੇ ਜਦੋਂ ਅਸੀਂ ਘਰੋਂ ਘਰੀ ਜਾ ਕੇ ਪਵਾਉਣੇ ਆ ਉਹ ਢੋਲ ਭਰ ਜਾਂਦਾ ਯਾਨੀ ਆਪ ਮਹਾਰੇ ਤੋਂ ਅਸੀਂ ਤਿਆਰ ਨਹੀਂ ਹੈਗੇ ਜੇ ਹਫ਼ਤੇ 10 ਦਿਨਾਂ ਬਾਅਦ 25 ਜਾਂ 30 ਬੰਦੇ ਇਸ ਪਿੰਡ ਦੇ ਵਿੱਚੋਂ ਜਾਂਦੇ ਆ ਦਿੱਲੀ ਉਹ ਵੀ ਘਰੋਂ ਘਰੀ ਜਾ ਕੇ ਕਹਿਣਾ ਪੈਂਦਾ ਹੈ ਬੜੀ ਦੁੱਖ ਦੀ ਗੱਲ ਹੈ। ਕੀ ਲੜਾਈ ਕਿਸੇ ਇੱਕ ਇਨਸਾਨ ਦੀ ਹੈ ਕੀ ਲੜਾਈ ਇਕੱਲੇ ਕਿਸਾਨ ਦੀ ਹੈ ਇਕੱਲੇ ਮਜ਼ਦੂਰ ਦੀ ਹੈ ਕਿਸੇ ਜਥੇਬੰਦੀ ਦੀ ਹੈ ਕੀ ਸਾਡੀਆਂ ਜ਼ਮੀਨਾਂ ਨਹੀਂ ਨੇ ਕੀ ਸਾਡੀ ਕੋਈ ਹੋਂਦ ਦਾ ਖਤਰਾ ਨਹੀਂ ਹੈ ਕੀ ਸਾਡੀਆਂ ਨਸਲਾਂ ਨੂੰ ਖਤਰਾ ਨਹੀਂ ਹੈ ਅਸੀਂ ਕੀ ਸੋਚ ਕੇ ਘਰਾਂ 'ਚ ਬਹਿ ਜਾਂਦੇ ਹਾਂ ਕੀ ਸ਼ਿਕਾਰ ਜਿੱਤ ਲਿਆ ਇਹ ਤਾਂ ਭਾਈ ਘਰਾਂ 'ਚ ਬਹਿ ਗਏ ਸੰਘਰਸ਼ ਫਤਿਹ ਹੋ ਗਿਆ ਮੋਰਚਾ ਫਤਿਹ ਹੋ ਗਿਆ ਆਪਾਂ ਜਿੱਤੀ ਬੈਠੇ ਹਾਂ ਹੁਣ ਜੇ ਆਪਾਂ ਚਾਹੁੰਦੇ ਹਾਂ ਕਿ ਸਰਕਾਰ ਰੱਦ ਕਰੇ ਇਹਨੂੰ ਰੱਦ ਕਰੇ ਤਾਂ ਸਾਡਾ ਕੰਮ ਹੋਣਾ ਕਿੰਨਾ ਜ਼ਰੂਰੀ ਹੈ। ਕਈ ਵਾਰੀ ਹੁਣ ਜਦੋਂ ਮੈਂ ਗੱਲਾਂ ਕਰਦਾ ਹੁੰਦਾ ਉੱਥੇ ਨੌਜਵਾਨਾਂ ਨਾਲ ਉਹ ਕਹਿ ਦਿੰਦੇ ਨੇ ਯਾਰ ਫਲਾਨਾ ਆਦਮੀ ਤਾਂ ਉੱਥੇ ਐ ਬੋਲਦਾ ਫਲਾਨਾ ਆਦਮੀ ਐ ਬੋਲਦਾ ਉਹ ਨੌਜਵਾਨਾਂ ਨੂੰ ਮਿਲਦੇ ਨੇ ਉਹ ਭੰਡਦੇ ਨੇ ਮੰਨਦਾ ਮੈਂ ਗੱਲਾਂ ਬਹੁਤ ਭਾਈ ਹੁੰਦੀਆਂ ਨੇ ਬਹੁਤ ਸਟੇਜਾਂ ਦੇ ਉੱਤੇ ਇੱਕ ਦੂਜੇ ਦੇ ਉੱਤੇ ਚਿੱਕੜ ਸੱਟੇ ਜਾਂਦੇ ਨੇ ਦਾਗ ਲਾਏ ਜਾਂਦੇ ਨੇ ਪਰ ਮੈਂ ਇਹਦਾ ਸਵਾਲ ਲੋਕਾਂ ਨੂੰ ਇਹ ਹੈ ਕਿ ਕੀ ਅਸੀਂ ਕਿਸੇ ਆਗੂ ਲਈ ਜਾਣਾ ਉੱਥੇ ਅਸੀਂ ਆਪਣੇ ਲਈ ਜਾਣਾ ਆਪਣੇ ਜ਼ਮੀਨਾਂ ਆਪਣੇ ਨਸਲਾਂ ਫਸਲਾਂ ਲਈ ਜਾਣਾ ਤੇ ਹਰ ਇਨਸਾਨ ਦਾ ਫਰਜ਼ ਬਣਦਾ ਕਿ ਨਹੀਂ ਯਾਰ ਮੈਂ ਅੱਗੇ ਹੋ ਕੇ ਲੜਨਾ। ਦੇਖੋ ਕਿੰਨਾ ਫਰਕ ਪੈ ਗਿਆ ਸਾਡੇ 'ਚ ਅੱਗੇ ਨਾ ਕਿਤੇ ਇਸ ਪਿੰਡ ਵਿੱਚ ਕੋਈ ਘਟਨਾ ਵਾਪਰ ਜਾਂਦੀ ਕੋਈ ਲੜਦਾ ਹੁੰਦਾ ਤਾਂ ਝੱਟ ਨੂੰ ਹੁੰਦੇ ਆ ਕੇ ਡਰਾਉਣ ਲੱਗ ਜਾਂਦੇ ਸੀ ਕਿਤੇ ਅੱਗ ਲੱਗੀ ਹੁੰਦੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਬੁਝਾਉਣ ਦੀ ਗੱਲ ਹੁਣ ਅਸੀਂ ਪਤਾ ਨਹੀਂ ਸਾਡੀ ਜਿਹੜੀ ਮਾਨਸਿਕਤਾ ਕਿਹੋ ਜਿਹੀ ਹੋ ਗਈ ਆ
ਅਸੀਂ ਅੱਗ ਬੁਝਾਉਣ ਦੀ ਬਜਾਏ, ਕਿਸੇ ਨੂੰ ਲੜਦੇ ਤੋਂ ਹਟਾਉਣ ਦੀ ਬਜਾਏ ਖੜ ਕੇ ਉੱਥੇ ਵੀਡੀਓ ਜ਼ਰੂਰ ਬਣਾ ਲੈਂਦੇ ਹਾਂ। ਖੁਦਗਰਜ਼ ਹੋ ਗਿਆ, ਮੈਂ ਸਮਝਦਾ ਪੰਜਾਬ ਦਾ ਇਨਸਾਨ ਖੁਦਗਰਜ਼ ਹੋ ਗਿਆ। ਅੱਜ ਜਿਵੇਂ ਮੁੱਠੀ ਦੇ ਵਿੱਚ ਅਸੀਂ ਟੱਕਾ ਰੇਤਾ ਭਰ ਲਗੇ ਨਾ, तो रेता करता है मुट्ठी दे विचों। पंजाबियों पंजाब है करना शुरू हो गया है, बेजान हो चुका पंजाब, बेरंग हो गया, औखा हो गया पंजाब, बदरंग हो गया पंजाब। पंजाब का मैं समझदा हर अंग जख्मी हो गया है। धर्म वाले पासे देख लो, राजनीति वाले पासे देख लो, साडियां बोलियां, विरसे, साडे पानी, साडियां हवावां, किहड़ी चीज पंजाब कोले बची है ਜਿਹੜੀ सही सलामत होवे। ਇਹਦੇ ਬਾਵਜੂਦ ਵੀ ਅਸੀਂ ਘਰਾਂ 'ਚ ਬੈਠੇ ਆ, ਚੁੱਪ ਕਰੇ ਬੈਠੇ ਆ। ਮੈਂ ਸਮਝਦਾ ਵੀ ਜਿਹੜਾ ਬੰਦਾ ਅੱਜ ਇਹ ਕਹਿੰਦਾ ਨਾ ਕਿ ਮੈਂ ਤਾਂ ਬਈ ਆਪ ਹੀ ਸੌਂਦਾ ਤੇ ਆਪ ਹੀ ਉੱਠਦਾ, ਮੈਂ ਤਾਂ ਬੜੀ ਸੁੱਖ ਦੀ ਨਜ਼ਾਰੇ ਦੀ ਜ਼ਿੰਦਗੀ ਜਿਉਂਦਾ, ਮੈਂ ਸਮਝਦਾ ਉਹ ਪੰਜਾਬੀ ਦੇ ਅੰਦਰੋਂ ਅੰਦਰਲਾ ਇਨਸਾਨ ਬਣ ਚੁੱਕਿਆ। ਉਸ ਪੰਜਾਬੀ ਦੇ ਅੰਦਰੋਂ ਅੰਦਰਲਾ ਦਾ ਪੰਜਾਬ ਪ੍ਰਤੀ ਪਿਆਰ ਬਣ ਚੁੱਕਾ, ਦਰਦ ਬਣ ਚੁੱਕਿਆ। ਇਹ ਜਿਹੇ ਹਾਲਾਤ ਬਣੇ ਹੋਣ ਤੇ ਸੁੱਖ ਦੀ ਨੀਂਦ ਘਰਾਂ 'ਚ ਬੈਠ ਕੇ ਸੌਂਦੇ ਹੋਈਏ, ਘਰਾਂ 'ਚ ਬੈਠ ਕੇ ਜਾਂ ਸੱਥਾਂ ਤੇ ਤਾਸ਼ਾ ਕੁੱਟ ਕੇ ਜਾਂ ਪਿੰਡਾਂ 'ਤੇ ਬੈਠ ਕੇ ਗੱਲਾਂ ਕਰਦੇ ਹੋਈਏ। ਅੱਜ ਲੋੜ ਹੈ ਪੰਜਾਬ ਨੂੰ ਬਾਹਰ ਨਿਕਲ ਕੇ ਲੜਨ, ਸੜਕਾਂ ਦੇ ਉੱਤਰ ਦੀ ਲੋੜ ਹੈ। ਹਿੱਕ ਡਾਉਣੀ ਪੈਣੀ ਹੈ, ਮੱਥਾ ਲਾਉਣਾ ਪੈਣਾ ਜੇ ਹੋਂਦ ਬਚਾਉਣੀ ਆ। ਐ ਹੋਂਦਾਂ ਨਹੀਂ ਬਚਣੀ ਆ। ਧਰਮ ਦੀ ਗੱਲ ਕਰ ਲੈਂਦੇ ਆ, ਗੁਰੂ ਘਰੇ ਖੜੇ ਆ। श्री गुरु ग्रंथ साहब ਨੂੰ ਆਪਾਂ ਆਪਣਾ ਇਸ਼ਟ ਮੰਨਦੇ ਆ, ਆਪਣਾ ਕੀਦਾ ਮੰਨਦੇ ਆ, ਹਰ ਬੰਦੇ ਦੀ ਸ਼ਰਧਾ ਸੇ ਆਪਣਾ ਗੁਰੂ ਮੰਨਦੇ ਆ। ਹੁਣ ਤੁਸੀਂ ਇਹਦੇ ਵੀ ਦੇਖ ਲਓ, ਆ ਸਿਆਸੀ ਬੰਦੇ ਅੱਗੇ 83 ਦੇ ਕਤਲੇਆਮ ਦੇ ਕਈ ਸਾਲ ਹੋ ਗਏ, ਉਹਦੇ ਵਿੱਚ ਸਿਆਸਤ ਹੁੰਦੀ ਆਈ, ਕੋਈ ਇਨਸਾਫ ਨਹੀਂ ਮਿਲਿਆ, ਵੋਟਾਂ ਵੇਲੇ ਲੋਕੇ ਉੱਪਰਦੇ ਰਹੇ, ਦਬ ਜਾਂਦੇ ਰਹੇ। ਹੁਣ ਤੁਸੀਂ ਦੇਖੋ ਇੱਥੋਂ ਤੱਕ ਬੇੜਾ ਦੱਬ ਗਿਆ ਇਹਨਾਂ ਲੋਕਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਦੇ ਵੋਟਾਂ ਦੀ ਵਰਤਣਾ ਸ਼ੁਰੂ ਕਰਤਾ। ਸਾਰੇ ਲੜੇ ਹੋਏ ਨੇ, ਸਿਆਸਤ ਹੋ ਰਹੀ ਹੈ, ਬੇਅਦਬੀਆਂ ਹੋਈਆਂ, ਦੌਲਤ ਨਾਲ ਗੋਲੀ ਕਾਂਡ ਹੋਏ, ਸਿੱਟਾਂ ਬਣਦੀਆਂ ਨੇ, ਢਹਿ ਜਾਂਦੀਆਂ ਨੇ, ਫੈਸਲੇ ਆਉਂਦੇ ਨੇ, ਰੱਦ ਹੋ ਜਾਂਦੇ ਨੇ, ਨਵੀਆਂ ਸਿੱਟਾਂ ਬਣਦੀਆਂ ਨੇ। ਕੋਈ ਕਹਿੰਦਾ ਇਹ ਲੜੇ ਹੋਏ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਹੋਰ ਸਿਆਸਤ ਨਹੀਂ ਹੈ। ਐਦੂ ਮਾੜੀ ਗੱਲ ਕੀ ਹੋ ਸਕਦੀ ਹੈ, ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ कि आज गुरु ग्रंथ साहब के उत्ते भी सियासत हो रही है, सिर्फ वोटां दी हो रही है। कि उसके जिम्मेवार कौन है? साडे लोग ने। क्यों? क्योंकि अज भी असीं उत्थे फसे हुए हैं, घरां च फसे हुए हैं। मैं बादल नाल है, मैं कांग्रेस नाल है, दिल दे विच ना मैं समझदा कि एक भूख निकली, एक रब दी चीख निकली, मैं माता बुलाना चाहूंगा। मेरे उठ के आई, मैं जो आके ते बैठा लंगर छक रहा थी, तो माता दे भैणां मिलियां, तो मैनूं इक बेबे दी गल सुन के बड़ा दुख लग्या कि ये बेबे कहती पुत्त तुसीं जमीनां बचाउण लई तुरे फिरदे हो, लड़दे फिरदे हो, संघर्ष करदे फिरदे हो। कहती की कर रहे मैं जमीनां? कहती मेरा पुत्त ते तुरिया जिवें इत्थे कहती मेरा पुत चिट्टा पींदा, कुल 4000 रुपया रोज मैं आपके खीचे जो जेब चो दिंदी। कि मेरा होगा महीने का 1,20,000 का चिट्टा है, ये मेरा पुत ये कहती मेरे पिंड का शरेआम चिट्टा बेचता है। पिंड किहदा है? कैप्टन अमरिंदर सिंह का जद्दी पिंड है, जेड़े कैप्टन ने बठिंडे फड़ के दबदबा साहब वाल मूंह करके हत्था चुटका साहब फड़ के सौ खाती सी 4 हफ्तियां दे विच मैं लख तोड़ दूंगा, चिट्टे दा खात्मा कर दूंगा। ਉਹਦਾ ਜੱਦੀ ਪਿੰਡ ਹੋਵੇ ਤੇ ਉਹਦੇ ਪਿੰਡ ਦੇ ਵਿੱਚ ਸ਼ਰਿਆਮ चिट्टा ਵਿਕਦਾ ਹੋਵੇ, ਕੀ ਪੰਜਾਬ ਪੁਲਿਸ ਨੂੰ, ਕੀ ਬਠਿੰਡਾ ਐਸਐਸਪੀ ਨੂੰ, ਕੀ ਐਸਐਚਓ ਨੂੰ, ਕੀ ਡੀਐਸਪੀ ਫੂਲ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਤਾਂ ਮੈਂ ਬੇਬੇ ਨੂੰ ਗੱਲ ਦੱਸੀ, ਬੇਬੇ ਤੇਰੇ ਘਰੇ ਮਹਿਰਾਜ ਪਿੰਡ ਦੀ ਕਹਾਣੀ ਨਹੀਂ, ਇਹ ਪੰਜਾਬ ਦੇ ਹਰ ਪਿੰਡ ਦੀ ਕਹਾਣੀ ਹੈ। भाई बात कहना पीछे हो जाते हैं, बड़ा पिछला पीछे देता है, बड़ा पास इधर होता है। हर पिंड दी कहानियां भाई जी दादों ਨੂੰ ਪਤਾ ਹੁੰਦਾ, ਦੁੱਖੋਂ ਨੂੰ ਨਾਲ ਜਿਹਦਾ ਮਰਦਾ ਘਰੋਂ ਲੋਕਾਂ ਦਾ ਤਮਾਸ਼ਾ ਹੁੰਦਾ। ਪਰ ਇਹ ਨਾ ਸੋਚੋ
कि असीं की लेना, असीं वोट के की लेना। ਉਹਦਾ बड़े बदमाश ने गुंडे ने उन्होंने सिर से आ सोने पड़ते भरा चौधरी भी खड़े होने हैं ਜਿਹੜੇ ਵੋਟਾਂ ਵਾਲੇ ਥੋੜੇ ਘਰ ਘਰ ਆਉਣਗੇ, ਆਵਾਜ਼ਾਂ ਨੂੰ ਪਾ ਦਿਓ ਜੀ, ਕਾਂਗਰਸ ਨੂੰ ਪਾ ਦਿਓ ਜੀ। ਆ ਚੱਡਾ ਵੋਟ ਉਹਨਾਂ ਦਾ ਵੀ ਹੱਥ ਹੁੰਦਾ ਕਿਉਂ ਹੁੰਦਾ? ਕਿਉਂਕਿ ਉਹਨਾਂ ਦੀ ਸ਼ਬਦ ਛਾਇਆ ਹੁੰਦੀ ਹੈ। ਹੁਣ ਤੁਸੀਂ ਸ਼ਾਇਦ ਉਹ ਪਹਿਲਾਂ ਕਿਹੜਾ ਮਤਲਬ ਦੀ ਸ਼ਬਦ ਛਾਇਆ ਤੋਂ ਕਿਤਾ ਨਹੀਂ ਦੇਖ ਸਕਦਾ। ਸਾਨੂੰ ਇਹ ਲੱਗਦਾ ਇੱਥੇ ਬੈਠਿਆਂ ਨੂੰ ਕਿ ਅਸੀਂ ਕੀ ਲੈਣਾ ਹੈ, ਸਾਨੂੰ ਕੀ ਲੋੜ ਆ ਵੋਟ ਦੀ, ਅਸੀਂ ਤਾਂ ਮੰਗਾ ਲੱਗੇ ਸਾਨੂੰ ਆ ਨਿਕਲਾ ਦੇਣਾ, ਸਾਨੂੰ ਆਹ ਨਾ ਕਰਾ ਦੇਣਾ। ਕੱਲ ਨੂੰ ਸੋਡਾ ਪੁੱਤ ਦੇ ਕਿਤੇ ਲੱਗ ਗਿਆ, ਉਹ ਸੋਡਾ ਪੁੱਤ ਮਰਿਆ, ਉਦੋਂ ਕਿਹਦੇ ਕੋਲ ਜਾਓਗੇ? ਬੇਬੇ ਚਾਰ ਸ਼ਬਦ ਮੈਂ ਕਹਿੰਦਾ ਸੀਗਾ ਆ ਦੇ ਜਵਾਨ ਨੂੰ ਸਾਰੇ ਪਿੰਡਾਂ ਦੇ ਨਸ਼ਾ ਖਤਮ ਕਰੂਗਾ। ਕਿਸੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਨਹੀਂ ਕਰਨਾ। ਪਰ ਇਹ ਤਾਂ ਜਿਹੜਾ ਨਸ਼ਾ ਬਹੁਤ ਬੁਰੀ ਹੈ। ਹਰ ਇੱਕ ਦੇ ਬੱਚੇ ਬਹੁਤ ਸਭ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਨਸ਼ਾ ਕਰ ਰਿਹਾ, ਨਸ਼ਾ ਵੇਚ ਰਿਹਾ, ਸਰੇਆਮ ਵੇਚ ਰਿਹਾ, ਸਰੇਆਮ ਕਰ ਰਿਹਾ। ਇਹਦੇ ਵਿੱਚ ਮੈਂ ਬਹੁਤ ਫੇਰੀਆਂ ਬਣ ਕੇ ਬੇਨਤੀ ਕਰਦੀ ਹਾਂ ਕਿ ਅੱਜ ਮੈਨੂੰ ਅੱਗ ਲੱਗੀ ਹੈ, ਇਹ ਨਹੀਂ ਪਤਾ ਕਿਸੇ ਟਾਈਮ ਕਿਸੇ ਨੂੰ ਵੀ ਅੱਗ ਲੱਗ ਸਕਦੀ ਹੈ। ਉਸ ਕਰਕੇ ਮੈਂ ਕਹਿੰਦੀ ਹਾਂ ਵੀ ਸਾਰੇ ਜਾਣੇ ਆਪੋ ਆਪਦੇ ਬੱਚਿਆਂ ਦੀ ਨਿਗਰਾਨੀ ਵੀ ਰੱਖੋ, ਨਿਗਾਹ ਵੀ ਰੱਖੋ। ਪਰ ਮੈਂ ਇਸ ਦੇ ਵਿੱਚ ਫਸੀ, ਮੈਂ ਇੱਕ ਮਾਂ ਨਾਂ ਦੇ ਹੋਣ ਤੇ ਮੈਂ ਕੁਛ ਕਰ ਨਹੀਂ ਸਕਦੀ, ਕੁਛ ਕਰ ਵੀ ਨਹੀਂ ਸਕੀ ਇਸ ਵਿੱਚ। ਕਿਉਂ ਮੈਂ ਹਰ ਇੱਕ ਖੇਡ ਖੇਡਣੀ, ਮੇਰੀ ਖੇਡ ਕੋਈ ਚਾਲ ਨਹੀਂ ਕਿਉਂਕਿ ਮੈਨੂੰ ਸਾਰੇ ਇੱਕੋ ਹੀ ਪਏ। ਕੋਈ ਮੰਤਰੀ ਹੈ, ਕੋਈ ਸੰਸਦੀ ਹੈ, ਕੋਈ ਵੀ ਹੈ, ਕੋਈ ਵੀ ਇਸ ਕੰਮ ਦੇ ਵਿੱਚ ਕਰਦਾ ਹਰ ਇੱਕ ਬੱਚੇ ਦਾ ਮਜ਼ਾਕ ਬਣਦਾ ਕਿ ਆਪਾਂ ਕੀ ਲੈਣਾ, ਇਹਦੀ ਮੁੱਦੇ ਆਪਾਂ ਨੂੰ ਕੀ ਲੋੜ ਹੈ, ਇਹਦੇ ਘਰੇ ਅੱਗ ਬੱਚੇ ਆਪਾਂ ਨੂੰ ਕੀ ਲੋੜ ਹੈ। ਕੋਈ ਟਾਈਮ ਆਉਣ ਦੇ ਵਿੱਚ ਸਾਰਿਆਂ ਦੇ ਘਰੇ ਜੇ ਅੱਗ ਜ਼ਰੂਰ ਮੱਚੂਗੀ ਜੇ ਇਸ ਦੇ ਉੱਤੇ ਨਾ ਕੋਈ ਪਾਬੰਦੀ ਹੋਈ। ਮੋਦੀ ਨੂੰ ਕਹਿੰਦੇ ਮੋਦੀ ਕੋਈ ਕਰੂ, ਮੋਦੀ ਦੇ ਕੋਈ ਬਾਲ ਨਹੀਂ, ਬੱਚਾ ਨਹੀਂ, ਕੋਈ ਕੁਛ ਨਹੀਂ, ਉਹਨੂੰ ਕਿਸੇ ਦੀ ਕੋਈ ਜਾਂਚ ਨਹੀਂ। ਆਪਣੇ ਜਿਹੜੇ ਦੇ ਬਾਲ ਬੱਚੇ ਆਪਾਂ ਨੂੰ ਬਾਲ ਬੱਚਿਆਂ ਨੂੰ ਜਾਂਚ ਆ ਵੀ ਆਹ ਪੁੱਤ ਦੀ ਜਾਂਚ ਹੈ, ਡਾਕਟਰਾਂ ਦੀ ਜਾਂਚ ਹੈ, ਕਿਉਂਕਿ ਉਹਨੂੰ ਇੱਕ ਸਿਰਫ ਉਹਦੇ ਮਾਂ ਹੈ, ਉਹਦੀ ਮਾਂ ਦੇ ਨਾਂ ਤੇ ਆਪਣੀ ਮਾਂ ਦਾ ਵੀ ਕੋਈ ਦੁੱਖ ਨਹੀਂ। ਜੇ ਉਹਨੂੰ ਆਪਣੀ ਮਾਂ ਦਾ ਦੁੱਖ ਹੋਵੇ ਤਾਂ ਸਾਡੇ ਵਰਗਾ ਮਾਂ ਦਾ ਦੁੱਖ ਬੁਲਾ ਸਕਦਾ, ਕਿਉਂਕਿ ਉਹਨੂੰ ਕਿਸੇ ਦਾ ਕੋਈ ਨਾ, ਉਹ ਕੋਈ ਉਹਨੂੰ ਪਾਇਆ ਦੂਗਾ ਨਾ ਕੋਈ ਰੋਕਦਾ ਨਹੀਂ। ਹੁਣ ਆਪਾਂ ਸਾਰੇ ਕਹਿੰਦੇ ਬਾਈਬਲ ਦੇ ਕਹਿੰਦੇ ਕਿ ਆਪਾਂ ਜ਼ਮੀਨ ਬਚਾਓ, ਜ਼ਮੀਨਾਂ ਬਚਾਓ, ਜ਼ਮੀਨਾਂ ਬਚਾ ਵੀ ਲਵਾਂਗੇ, ਤੁਸੀਂ ਬਚਾ ਵੀ ਲਓਗੇ ਦਾੜ ਨਾਲ ਮੱਦੋ ਨਾਲ ਮਿਲ ਕੇ। ਪਰ ਜਦੋਂ ਆਪਣੇ ਕੋਈ ਪੁੱਤ ਨਾ ਰਹੇ, ਬੱਚਾ ਨਾ ਹੈ, ਜ਼ਮੀਨ ਬਚਾ ਕੇ ਦਿਓਗੇ ਨਹੀਂ। ਜ਼ਮੀਨ ਬਚਾਉਣ ਦੇ ਵਿੱਚ ਮੈਂ ਹੱਥੀਆਂ ਬੋਲਦੇ ਵੀ ਮੇਰਾ ਵੀ ਜਿਹੜੇ ਹੈਗੇ ਦੋ ਚਾਚੇ ਨੇ ਮੇਰੇ ਵੀ ਮੇਰੇ ਕੋਲ ਰਹਿਣ, ਤੁਸੀਂ ਵੀ ਕਹਿੰਦੇ ਵੀ ਮੇਰੇ ਕੋਲ ਸਾਡੇ ਕੋਲ ਰਵੇ। ਪਰ ਜ਼ਮੀਨ ਦਾ ਆਪਾਂ ਬਚਾ ਕੇ ਕਰਾਂਗੇ ਜਦੋਂ ਆਪਣੇ ਪੱਲੇ ਪੁੱਤ ਹੀ ਨਾ ਹੋਇਆ। ਪਹਿਲਾਂ ਗਵਰਨਮੈਂਟ ਨੇ ਇਹ ਸ਼ੁਰੂ ਕਰਿਆ, ਇੱਕ ਬੱਚਾ ਲਓ, ਇੱਕ ਬੱਚਾ ਲਓ, ਆਪਣੇ ਸਾਰੇ ਜ਼ਮੀਨ ਦਾ ਇੱਕ ਬੱਚਾ ਬਹੁਤ ਸਾਡਾ ਤੱਕ ਦੋ ਚਾਰ ਬੱਚੇ ਕਿਉਂ ਹੋਏ। ਆਪਾਂ ਨੇ ਇੱਕ ਬੱਚਾ ਲਓ, ਇੱਕ ਬੱਚਾ ਉਹੀ ਹੈ ਨਾ ਕਮਾਉਂਦੇ ਹੋ ਗਿਆ, ਜੇ ਫਿਰ ਆਪਾਂ ਜ਼ਮੀਨ ਜਿਹੜੀ ਬਚਾਵਾਂਗੇ ਬਚਾ ਕੇ ਉਹ ਦੇਣਾ ਦੇ ਇਹਦੇ ਵਾਸਤੇ ਵੈਲਿਊ ਦਾ ਭਾਸ਼ਾ ਵੈਲਿਊ ਦੇ ਕਹਿੰਦੇ ਗਲਤੀ ਹੋਈ ਨਾ। ਹੁਣ ਇਹ ਇਸ ਨਗਰ ਦੀ ਮਾਤਾ, ਤੁਸੀਂ ਨਗਰ ਦੇ ਲੋਕ ਬੈਠੇ ਹੋ, ਪਤਾ ਤੁਹਾਨੂੰ ਵੀ ਹੈ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ। ਆਪਾਂ ਇਹ ਜ਼ਿੰਮੇਵਾਰੀ ਕਦੋਂ ਚੱਕਾਂਗੇ, ਕਦੋਂ ਇਸ ਗੱਲ ਨੂੰ ਨਿਕਲ ਕੇ ਲੜਾਂਗੇ ਬਾਹਰ ਕਿ ਨਹੀਂ ਯਾਰ ਇਹ ਇੱਕ ਬੇਬੇ ਦਾ ਸੁੱਖ ਨਹੀਂ, ਹਰ ਘਰ ਦਾ ਬਣਦਾ। ਉਹ ਬੇਬੇ ਆਪ ਹੀ ਕਹੇਗੀ ਕਿ ਆ ਕੇ ਮੇਰੇ ਘਰੇ ਲੱਗੀ ਹੈ, ਕਿਸੇ ਘਰੇ ਵੀ ਆ ਕੇ ਲੱਗ ਸਕਦੀ ਹੈ। ਮੈਨੂੰ ਵੀ ਪਤਾ ਸ਼ਰਿਆ ਤੁਹਾਡੇ ਪਿੰਡ ਕੱਲੇ ਮਹਾਰਾਜ ਚ ਨਹੀਂ, ਆਪਣੇ ਥਾਂ ਵਿਕੀ ਜਾਂਦਾ। STF ਬਣੀ ਹੋਈ ਹੈ, STF ਦੇ ਮੁਖੀ ਨੂੰ ਮੈਂ ਕਈ ਵਾਰੀ ਇੱਥੋਂ ਲਿਸਟ ਭੇਜ ਚੁੱਕਿਆ ਆਪਣੇ ਜ਼ਿਲ੍ਹੇ ਬਠਿੰਡੇ ਦੀ, ਫਲਾਣੇ ਬੰਦੇ ਸਾਡੇ ਜ਼ਿਲ੍ਹੇ ਬਠਿੰਡੇ ਜਾਂ ਸਾਡੇ ਏਰੀਏ ਚਿੱਟਾ ਵੇਚਦੇ ਆ, ਕਹਿ ਦਿੰਦੇ ਆ ਕਾਰਵਾਈ ਕਰਾਂਗੇ, ਹੁੰਦੀ ਕੁਛ ਨਹੀਂ। ਇਹ ਗੱਲ ਕਿਉਂ ਚਲਾਉਣੀ ਪੈ ਗਈ? ਆਪਾਂ ਬੋਲਣ ਆਏ ਸੀ ਅੱਜ ਜ਼ਮੀਨਾਂ ਵਾਲੇ ਮਸਲੇ ਤੇ, ਕਾਲੇ ਕਾਨੂੰਨਾਂ ਦੇ ਖਿਲਾਫ। ਪਰ ਦੁੱਖ ਇਸ ਗੱਲ ਦਾ ਲੱਗਿਆ ਸੁਣ ਕੇ ਕਿ ਯਾਰ ਕਿੱਡੀ ਦਿਲ ਨੂੰ ਚੀਰਨ ਵਾਲੀ ਗੱਲ ਹੈ ਕਿ ਜ਼ਮੀਨਾਂ ਕਿਹਦੀ ਖਾਤਰ ਜੇ ਪੁੱਤੀ ਨਾ ਬਚੇ। ਸੋ ਯਾਰ ਐ ਗੱਲ ਨਹੀਂ ਬਣਦੀ, ਸਿਰ ਸੱਟ ਕੇ ਗੱਲ ਨਹੀਂ ਬਣਨੀ, ਘਰਾਂ 'ਚ ਵੜ ਕੇ ਗੱਲ ਨਹੀਂ ਬਣਨੀ, ਨਿਕਲਣਾ ਪੈਣਾ, ਲੜਨਾ ਪੈਣਾ, ਸਾਹਮਣੇ ਆਉਣਾ ਪੈਣਾ। ਉਹ ਇੱਕ ਨੂੰ ਦੱਬ ਲੈਣਗੇ, ਦੋ ਨੂੰ ਦੱਬ ਲੈਣਗੇ, ਐਡਾ ਪਿੰਡ ਆ 20,000 ਵੋਟ ਹੋਵੇ ਪਿੰਡ ਦੀ, ਸਾਰੇ ਕਮੇਟੀ ਬਣਾ ਕੇ ਅੱਗੇ ਲੱਗੋ ਤੇ ਸੱਪ ਸਿਖਾਓ ਪਿੰਡ ਦੇ ਘੜਮ ਚੌਧਰੀਆਂ ਨੂੰ। ਪਹਿਲਾਂ ਸਵਾਲ ਕਰਨਾ ਜਿਹੜੇ ਤੁਹਾਡੇ ਪਿੰਡ ਦੇ ਅੱਗੇ ਲੱਗੇ ਹੋਏ ਮੋਹਰੀ ਬੰਦੇ ਨੇ, ਮੁੱਤਬਰ ਬੰਦੇ ਨੇ, ਇਹਨਾਂ ਨੂੰ ਸਵਾਲ ਕਰੋ ਜਾ ਕੇ ਕਿ ਭਾਈ ਆਹ ਦੁੱਖ ਆ ਪਿੰਡ ਦਾ, ਆਹ ਦੱਸੋ ਇਹਦਾ ਕੀ ਹੱਲ ਕਰਦੇ ਆ। ਜੇ ਨਹੀਂ ਕੁਛ ਕਰਦੇ ਫਿਰ ਉਹ ਵੀ ਘੇਰ ਲਓ, ਉਹ ਵੀ ਨਾ ਬਣ ਦਿਓ ਘਰਾਂ 'ਚ। ਫਿਰ ਪਿੰਡ ਆਪ ਅੱਗੇ ਹੋ ਕੇ ਕਈ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਕਮੇਟੀਆਂ ਬਣੀਆਂ, ਨੌਜਵਾਨ ਅੱਗੇ ਆਏ, ਆਦੇ ਮੁੱਢਿਆਂ ਦੀ ਜ਼ਿੰਮੇਵਾਰੀ ਚੱਕੀਆਂ ਨੌਜਵਾਨਾਂ ਨੇ। ਕੋਈ ਪਿੰਡ 'ਚ
ਨਾਲ ਬਣ ਕੇ ਦਿਖਾ ਦਿਓ ਪਿੰਡਾਂ 'ਚ ਹੁਣ ਆਪਣੇ ਸ਼ਰੇ ਹੋ ਗਏ। ਸੋ ਭਰਾਵੋ ਇਹ ਫੈਸਲਾ ਕਰਨਾ ਪੈਣਾ, ਸਮਾਂ ਹੁਣ ਬਾਹਲਾ ਬਚਿਆ ਨਹੀਂ, ਹਾਲਾਤ ਦਿਨੋਂ ਦਿਨ ਬਦਤਰ ਹੁੰਦੇ ਤੁਰੇ ਜਾਣੇ ਆ, ਮਾੜੇ ਹਾਲਾਤ ਆਉਣੇ ਆ, ਦਿਨੋਂ ਦਿਨ ਇਹਨਾਂ ਚੀਜ਼ਾਂ ਨੇ ਵਧਣਾ। ਘਰਾਂ 'ਚ ਬੈਠ ਕੇ ਅਸੀਂ ਕੁਝ ਨਹੀਂ ਬਚਾ ਸਕਦੇ, ਨਾ ਜ਼ਮੀਨਾਂ, ਨਾ ਨਸਲਾਂ, ਨਾ ਫਸਲਾਂ, ਨਾ ਆਪਣੇ ਆਪ ਨੂੰ, ਨਾ ਆਪਣੇ ਦੁਨੀਆ ਨੂੰ। ਘਰਾਂ 'ਚ ਬੈਠੀ ਰਹਿਣਾ, ਘਰਾਂ 'ਚ ਬੈਠੀ ਦੱਬੇ ਜਾਊਗੀ। ਸੋ ਮੈਂ ਬੜਾ ਸਮਾਂ ਨਹੀਂ ਲੈਣਾ, ਹੋਰ ਵੀ ਬੁਲਾਰਿਆਂ ਨੇ ਬੋਲਣਾ ਹੈ, ਪਰ ਇੰਨੀਆਂ ਬੇਨਤੀਆਂ ਤੁਹਾਨੂੰ ਕਰਦਾ ਹੈ ਵੀ ਇੱਕ ਤਾਂ ਇਸ ਦੇ ਖਿਲਾਫ ਜੰਗ ਵਿੱਢੋ,